डेरे सियासी पार्टियां यूज़ करते आ, सियासी पार्टियां डेरियां नूं वरतदियां ने, तो एक दूजे की वरतों च ही फिर नुकसान किहदा हुंदा समाज का। डेरे वाले नूं नचाउणा उन्हां दा काम आ, सियासी पार्टियां ही नचाउंदियां ने। वख-वख सियासी लीडरां दे पार्टियां दे लीडर डेरे जांदे रहे ने, आपां नूं पता है। अकाली दल दे लीडरां दीयां वीडियो ने, कांग्रेस दे कैप्टन दीयां वीडियो ने, नवजोत सिद्धू की वीडियो कल विक्रम मजीठिया दिखा रहे सीगे। 2022 ਦੇ ਵਿੱਚ ਵੀ ਕੋਈ ਜਾ ਸਕਦਾ ਫਿਰ 2022 ਦੇ ਲਈ ਕਸ਼ਮਕਸ਼ ਸ਼ੁਰੂ ਹੋ ਚੁੱਕੀ ਹੈ। ਸਾਡੇ ਕੋਲੇ ਸੂਚਨਾ ਡੇਰੇ ਦੇ ਨਾਲ ਇੱਕ ਪਿਛਲੇ ਦਿਨਾਂ 'ਚ ਪੋਲੀਟੀਕਲ ਪਾਰਟੀ ਨੇ ਸੰਪਰਕ ਸਾਧਿਆ। ਤਾਂ ਪੰਜਾਬ ਦੇ ਵਿੱਚ ਫਿਰ ਬੀਜੇਪੀ ਡੇਰੇ ਦੀ ਵੋਟ ਦੇ ਨਾਲ ਅੱਗੇ ਆ ਸਕਦੀ। ਬਹੁਤ ਸਾਰੇ ਡੇਰੇ ਨੇ ਪੰਜਾਬ 'ਚ, ਡੇਰੇ ਰਾਜਨੀਤੀ ਨੂੰ ਵੱਖ-ਵੱਖ ਥਾਵਾਂ ਤੇ ਪ੍ਰਭਾਵਿਤ ਕਰਦੇ ਰਹੇ ਨੇ। ਡੇਰਾ ਤੇ ਰਾਜਨੀਤੀ ਇਹ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਤੇ ਮਾਲਵੇ ਦੀ ਸਿਆਸਤ 'ਚ ਡੇਰੇ ਦੀ ਕਾਫੀ ਇੰਟਰਵੈਂਸ਼ਨ ਆ। ਮੀਡੀਆ ਤੇ ਪੀੜਤਾਂ ਦਾ ਦਬਾਅ ਨਾ ਹੋਵੇ ਤਾਂ ਡੇਰੇ ਵਾਲਾ ਇਸ ਤਰੀਕੇ ਦੇ ਨਾਲ ਬਿਹੇਵ ਕਰਦਾ ਕਿ ਹੁਣ ਤੱਕ ਬਾਹਰ ਆ ਜਾਂਦਾ। ਕੀ SIT ਡੇਰੇ ਵਾਲੇ ਨੂੰ ਪੁੱਛਗਿੱਛ ਕਰੇਗੀ? ਇਹਨੂੰ ਵੀ ਡੇਰਾ ਮੈਨੇਜ ਕਰ ਰਿਹਾ ਹੋਏਗਾ। ਡੇਰਾ ਸਿਰਸਾ ਮੁਖੀ ਨੇ 21 ਦਿਨ ਦੀ ਪੈਰੋਲ ਮੰਗੀ ਹੈ ਤੇ ਮਾਂ ਦੀ ਬਿਮਾਰੀ ਨੂੰ ਬਹਾਨਾ ਬਣਾਇਆ ਹੈ। ਆਖਰ ਕੌਣ ਡੇਰਾ ਸਿਰਸਾ ਮੁਖੀ ਨੂੰ ਬਾਹਰ ਕੱਢਣਾ ਚਾਹੁੰਦਾ ਹੈ ਤੇ ਕਿਹੜੀ ਸਿਆਸੀ ਧਿਰ ਨੂੰ ਡੇਰਾ ਸਿਰਸਾ ਮੁਖੀ ਦੀ ਲੋੜ ਹੈ? 2022 ਦੀਆਂ ਇਲੈਕਸ਼ਨਸ ਵੀ ਨਜ਼ਦੀਕ ਨੇ। ਇਸੇ ਮਸਲੇ ਨੂੰ ਅੱਜ ਡੀਕੋਡ ਕਰਾਂਗੇ ਸਾਡੇ ਇਸ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ। ਯਾਦਵਿੰਦਰ ਜੀ, ਜਿਸ ਤਰੀਕੇ ਦੇ ਨਾਲ ਡੇਰਾ ਸਿਰਸਾ ਮੁਖੀ ਨੇ ਪੈਰੋਲ ਮੰਗੀ ਹੈ, ਪਹਿਲਾਂ 1 ਦਿਨ ਦੇ ਲਈ ਪੈਰੋਲ ਦਿੱਤੀ ਵੀ ਗਈ ਸੀ, ਹੁਣ 21 ਦਿਨ ਦੀ ਪੈਰੋਲ ਮੰਗੀ ਹੈ, ਕੀ ਲੱਗਦਾ ਕਿ ਸਿਆਸੀ ਮੰਤਵ ਹੋ ਸਕਦੇ ਨੇ ਪਿੱਛੇ? ਦੇਖੋ, ਡੇਰਾ ਸਿਰਸਾ ਮੁਖੀ ਬਾਹਰ ਆਉਣਾ ਚਾਹੁੰਦਾ। ਬਾਹਰ ਆਉਣ ਦੇ ਕਈ ਕਾਰਨ ਨੇ। ਪੈਰੋਲ ਤੇ ਆ ਕੇ ਡੇਰੇ ਦਾ ਸਿਸਟਮ ਵੀ ਸੈੱਟ ਕਰਨਾ। ਡੇਰੇ 'ਚ ਬਹੁਤ ਜ਼ਬਰਦਸਤ ਧੜੇਬੰਦੀ ਹੋ ਚੁੱਕੀ ਹੈ। ਜਿਵੇਂ ਹਨੀਪ੍ਰੀਤ ਦਾ ਇੱਕ ਧੜਾ, ਦੂਸਰੇ ਪਾਸੇ ਜਿਹੜੇ ਡਾਕਟਰ ਦਿੱਤਿਆ ਇੰਸਾ ਦਾ ਧੜਾ ਸੀ ਜਿਹੜਾ ਹੁਣ ਅੰਡਰਗਰਾਊਂਡ ਆਗਾ। ਬਹੁਤ ਸਾਰੇ ਧੜੇ ਅੰਦਰ ਹੀ ਬੈਠੇ ਨੇ ਡੇਰੇ ਦੇ। ਉਹ ਧੜਿਆਂ ਦੀ ਰਾਜਨੀਤੀ ਨੂੰ ਡੇਰਾ ਮੁਖੀ ਬਾਹਰ ਆ ਕੇ ਸੈੱਟ ਕਰਨਾ ਚਾਹੁੰਦਾ ਹੈ। ਇਹ ਸਭ ਨੂੰ ਪਤਾ ਹੈ। ਪੁਲਿਸ ਦੇ ਵੱਡੇ ਅਧਿਕਾਰੀ ਵੀ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਡੇਰੇ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਦੂਜੇ ਦੇ ਪ੍ਰਤੀ ਘਮਾਸਾਨ ਮੱਚਿਆ ਹੋਇਆ ਹੈਗਾ। ਹਰ ਇੱਕ ਧੜਾ ਦੂਜੇ ਨੂੰ ਖੂੰਜੇ ਲਾਉਣਾ ਚਾਹੁੰਦਾ ਹੈ। ਹਰ ਇੱਕ ਧੜੇ ਨੂੰ ਲੱਗਦਾ ਮੈਂ ਡੇਰੇ ਤੇ ਕਾਬਜ਼ ਹੋ ਜਾ। ਡੇਰੇ ਦੀ ਜਿਹੜੀ ਕਬਜ਼ੇ ਦੀ ਲੜਾਈ ਹੈ ਉਹਨੂੰ ਸੈਟਲ ਕਿਵੇਂ ਕਰਨਾ ਹੈ। ਡੇਰੇ ਤੇ ਇੱਕ ਧਿਰ ਕਾਬਜ਼ ਨਾ ਹੋ ਜੇ, ਬਾਬਾ ਕਿਤੇ ਅੰਦਰ ਬੈਠੀ ਨਾ ਰਹਿ ਜੇ। ਇਸੇ ਕਰਕੇ ਬਾਬੇ ਨੂੰ ਵਾਰ-ਵਾਰ ਕਿਹਾ ਜਾਂਦਾ ਕਿ ਬਾਬਾ ਹੀ ਮੁਖੀ ਹੈ। ਪਰ ਜਦੋਂ ਅੰਦਰਲੇ ਪਾਸੇ ਜਿਹੜੀ ਚੱਲ ਰਹੀ ਹੈ ਜੰਗ ਇਹਨਾਂ ਦੀ, ਉਹ ਜੰਗ ਦਾ ਡੇਰੇ ਦੇ ਨਾਲ ਜੁੜੇ ਹੋਏ ਲੋਕ ਵੀ ਦੱਸਦੇ ਨੇ। ਤੇ ਹਨੀਪ੍ਰੀਤ ਦਾ ਬਹੁਤ ਵੱਡਾ ਵਿਰੋਧ ਹੋਇਆਗਾ। ਹਨੀਪ੍ਰੀਤ ਬਾਰੇ ਡੇਰੇ ਦੇ ਧੜੇ ਬਹੁਤ ਵੱਡੇ ਪੱਧਰ ਦੇ ਅੰਦਰ ਹਨੀਪ੍ਰੀਤ ਖਿਲਾਫ ਬੋਲੇ ਨੇ। ਹਨੀਪ੍ਰੀਤ ਨੂੰ ਕਿਹਾ ਕਿ ਹਨੀਪ੍ਰੀਤ ਨੇ ਵੀ ਬੇੜਾਗਰ ਕੀਤਾ ਡੇਰੇ ਦਾ, ਇਹ ਡੇਰੇ ਵਾਲੇ ਕਹਿੰਦੇ ਨੇ। ਤਾਂ ਬਾਹਰ ਆ ਕੇ ਡੇਰਾ ਮੁਖੀ ਸਿੱਧੇ ਤੌਰ ਦੇ ਉੱਤੇ ਡੇਰੇ ਨੂੰ ਕਿਵੇਂ ਮੈਨੇਜ ਕਰੇ। ਡੇਰਾ ਮੈਨੇਜ ਕਰੇਗਾ ਤਾਂ ਅਗਲੀ ਰਾਜਨੀਤੀ ਮੈਨੇਜ ਹੋਏਗੀ। ਇੱਕ ਗੱਲ ਤੈਅ ਆ ਕਿ ਡੇਰਾ ਤੇ ਰਾਜਨੀਤੀ ਇਹ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੈ। ਡੇਰਾ ਰਾਜਨੀਤੀ 'ਚ ਬਹੁਤ ਜ਼ਿਆਦਾ ਇੰਟਰਸਟ ਲੈਂਦਾ ਰਿਹਾ। ਡੇਰੇ ਦਾ ਸਿਆਸੀ ਵਿੰਗ ਆ, ਪੋਲੀਟੀਕਲ ਵਿੰਗ ਹੈ, ਉਹ ਵਿੰਗ ਲਗਾਤਾਰ ਸਰਗਰਮ ਰਿਹਾ ਹੈਗਾ। ਉਹਦੇ ਪੰਗੇ ਪਏ ਹੋਏ ਅੱਗੇ ਤੱਕ ਡੇਰੇ ਨੂੰ ਭੁਗਤਣੇ ਪਏ ਨੇ। ਵੱਖ-ਵੱਖ ਸਿਆਸੀ ਲੀਡਰਾਂ ਦੇ ਪਾਰਟੀਆਂ ਦੇ ਲੀਡਰ ਡੇਰੇ ਜਾਂਦੇ ਰਹੇ ਨੇ, ਆਪਾਂ ਨੂੰ ਪਤਾ ਹੈ। ਅਕਾਲੀ ਦਲ ਦੇ ਲੀਡਰਾਂ ਦੀਆਂ ਵੀਡੀਓ ਨੇ, ਕਾਂਗਰਸ ਦੇ ਕੈਪਟਨ ਦੀਆਂ ਵੀਡੀਓਆਂ ਨੇ, ਨਵਜੋਤ ਸਿੱਧੂ ਦੀ ਵੀਡੀਓ ਕੱਲ ਵਿਕਰਮ ਮਜੀਠੀਆ ਦਿਖਾ ਰਹੇ ਸੀਗੇ। ਕਿਹੜਾ ਲੀਡਰ ਆ ਜਿਹੜਾ ਡੇਰੇ ਸਿਰਸੇ ਤੇ ਨਹੀਂ ਜਾਂਦਾ ਰਿਹਾ ਪੰਜਾਬ ਦਾ? ਹੁਣ ਗੱਲ ਕੀ ਹੈ ਕਿ 2022 ਦੇ ਵਿੱਚ ਵੀ ਕੋਈ ਜਾ ਸਕਦਾ ਫਿਰ 2022 ਦੇ ਲਈ ਕਸ਼ਮਕਸ਼ ਸ਼ੁਰੂ ਹੋ ਚੁੱਕੀ ਹੈ। ਸਾਡੇ ਕੋਲੇ ਸੂਚਨਾ ਜਾਂ ਸਾਡੇ ਸੋਰਸ ਨੇ ਦੱਸਿਆ ਇੱਕ ਨੇ ਕਿ ਡੇਰੇ ਦੇ ਨਾਲ ਇੱਕ ਪਿਛਲੇ ਦਿਨਾਂ 'ਚ ਪੋਲੀਟੀਕਲ ਪਾਰਟੀ ਨੇ ਸੰਪਰਕ ਸਾਧਿਆ। ਖਾਸ ਤੌਰ ਤੇ ਪੰਜਾਬ ਦੇ ਮਾਲਵੇ ਦੀ ਸਿਆਸਤ 'ਚ ਡੇਰੇ ਦੀ ਕਾਫੀ ਇੰਟਰਵੈਂਸ਼ਨ ਆ। ਪੰਜਾਬ ਦੇ ਮਾਲਵੇ ਦੇ ਹਲਕਿਆਂ 'ਚ, ਸਾਰਿਆਂ 'ਚ ਤਾਂ ਨਹੀਂ ਕਹੂੰਗਾ, ਕਾਫੀ ਹਲਕਿਆਂ 'ਚ ਡੇਰੇ ਦੀ ਵੋਟ ਆ। ਕਿਤੇ 5000 ਆ, ਕਿਤੇ 7000 ਆ, ਕਿਤੇ 10000 ਆ, ਕਿਤੇ 12000 ਹੈ। ਉਹ ਪ੍ਰਭਾਵਿਤ ਕਰਦੇ ਨੇ ਉੱਥੋਂ ਦੀ ਰਾਜਨੀਤੀ ਨੂੰ। ਤਾਂ ਪੰਜਾਬ ਦੀ ਹੀ ਪਾਰਟੀ ਜਿਹੜੀ ਪੰਜਾਬ ਦੀ ਰਾਜਨੀਤੀ 'ਚ ਇੰਟਰਸਟ ਲੈਂਦੀ ਹੈ, ਉਸ ਪਾਰਟੀ ਨੇ ਸਿੱਧੇ ਤਰੀਕੇ ਦੇ ਨਾਲ ਡੇਰੇ ਨੂੰ ਸੰਪਰਕ ਕੀਤਾ। ਅਸੀਂ ਦੱਸਾਂਗੇ ਵੀ ਸਾਡੇ ਕੋਲ ਜਦੋਂ ਪੁਖਤਾ ਸਬੂਤ ਆਉਣਗੇ ਉਹ ਪਾਰਟੀ ਨੂੰ ਵੀ ਬੇਨਕਾਬ ਕਰਾਂਗੇ। ਪਰ ਉਹ ਪਾਰਟੀ ਹੈ ਜਿਹੜੀ ਜਦੋਂ ਸੰਪਰਕ ਕਰਦੀ ਆ ਤਾਂ ਡੇਰਾ ਉਹਨੂੰ ਕਹਿੰਦਾ ਹੈ ਕਿ ਜੀ ਅਸੀਂ ਤੁਹਾਡੀ ਸਪੋਰਟ ਨਹੀਂ ਕਰ ਸਕਦੇ ਕਿਉਂਕਿ ਸਾਡੀ ਜਾਨ ਤਾਂ ਹੁਣ BJP ਕੋਲ ਆ। ਯਾਨੀ BJP ਕੀ ਚਾਹੇਗੀ ਉਹੀ ਹੋਏਗਾ। ਤਾਂ ਪੰਜਾਬ ਦੇ ਵਿੱਚ ਫਿਰ BJP ਡੇਰੇ ਦੀ ਵੋਟ ਦੇ ਨਾਲ ਅੱਗੇ ਆ ਸਕਦੀ ਹੈ। BJP ਦੇਖੋ BJP ਕੀ ਕਰੇਗੀ। BJP ਤੋਂ ਕਿਸਾਨ ਨਾਰਾਜ਼ ਨੇ, ਸਿੱਖ ਨਾਰਾਜ਼ ਨੇ। BJP ਕਿਹੜੇ ਵੋਟ ਬੈਂਕ ਸਾਧੇਗੀ? ਕਿਹਾ ਜਾ ਰਿਹਾ ਹਿੰਦੂ ਵੋਟ ਬੈਂਕ ਆ ਕੇ BJP ਦੇ ਨਾਲ ਖੜਾ ਹੋਏਗਾ। ਯਾਨੀ
ਹਿੰਦੂ ਭਾਈਚਾਰੇ ਦੇ ਅੰਦਰ ਜਦੋਂ ਮੋਦੀ ਆਉਣਗੇ ਉਦੋਂ ਕੋਸ਼ਿਸ਼ ਕਰਨਗੇ ਪਰ ਮੋਦੀ ਦਾ ਦਲਿਤ ਭਾਈਚਾਰੇ ਨੂੰ ਪ੍ਰਮੋਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਜਿਵੇਂ ਵਿਜੇ ਸਾਂਪਲਾ ਨੂੰ ਚੇਅਰਮੈਨ ਬਣਾਇਆ ਗਿਆ ਪੂਰੇ ਕਮਿਸ਼ਨ ਦਾ। ਔਰ ਉਸ ਤੋਂ ਬਾਅਦ ਡੇਰੇ ਨੇ ਜਿੰਨੇ ਪੰਜਾਬ 'ਚ, ਹਾਲਾਂਕਿ ਪੋਲੀਟੀਕਲੀ ਸਰਗਰਮ ਡੇਰਾ ਇਹੀ ਰਿਹਾ ਹੈਗਾ, ਇਹੀ ਰਾਜਨੀਤੀ 'ਚ ਬਹੁਤ ਇੰਟਰਸਟ ਲੈਂਦਾ ਰਿਹਾ, ਪਰ ਡੇਰੇ ਹੋਰ ਵੀ ਨੇ, ਡੇਰਾ ਰਾਧਾ ਸੁਆਮੀ ਵੀ ਹੈ, ਡੇਰਾ ਸੱਚਖੰਡ ਬੱਲਾ ਵੀ ਹੈ, ਬਹੁਤ ਸਾਰੇ ਡੇਰੇ ਨੇ ਪੰਜਾਬ 'ਚ। ਡੇਰੇ ਰਾਜਨੀਤੀ ਨੂੰ ਵੱਖ-ਵੱਖ ਥਾਵਾਂ 'ਤੇ ਪ੍ਰਭਾਵਿਤ ਕਰਦੇ ਰਹੇ ਨੇ। ਇਹ ਤਾਂ ਵੱਡੇ ਡੇਰੇ ਨੇ, ਇਹ ਤੋਂ ਇਲਾਵਾ ਛੋਟੇ ਡੇਰੇ ਵੀ ਨੇ ਪੰਜਾਬ 'ਚ। ਉਹਨਾਂ ਛੋਟੇ-ਛੋਟੇ ਡੇਰਿਆਂ ਨੂੰ ਵੀ ਮੱਥਦੇ ਰਹੇ ਨੇ, ਛੋਟੀਆਂ-ਛੋਟੀਆਂ ਸੰਪਰਦਾਵਾਂ ਨੂੰ, ਡੇਰਿਆਂ ਨੂੰ, ਵੱਖ-ਵੱਖ ਥਾਵਾਂ ਨੂੰ ਰਾਜਨੀਤਿਕ ਪਾਰਟੀਆਂ ਆਪਣੇ ਤਰੀਕੇ ਨਾਲ ਮੱਥਦੀਆਂ ਰਹੀਆਂ ਨੇ। ਇਸ ਕਰਕੇ ਬੀਜੇਪੀ ਦਾ ਪੂਰਾ ਜ਼ੋਰ ਲੱਗੇਗਾ ਜੇ ਡੇਰਾ ਕਹਿ ਰਿਹਾ ਹੈਗਾ ਇੱਕ ਪੋਲੀਟੀਕਲ ਪਾਰਟੀ ਨੂੰ ਕਿ ਸਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਬੀਜੇਪੀ ਤੋਂ ਬਿਨਾਂ। ਇਸ ਕਰਕੇ ਜਿਹੜਾ ਡੇਰੇ ਵਾਲਾ ਬਾਹਰ ਨੂੰ ਆ ਰਿਹਾ, ਹੁਣ ਜਿਹੜੀ ਪੈਰੋਲ ਦੀ ਗੱਲ ਚੱਲ ਰਹੀ ਹੈ, ਪੈਰੋਲ ਦੀ ਗੱਲ ਤਾਂ ਇੱਥੋਂ ਤੱਕ ਆ ਕਿ ਜੇ ਦਬਾਅ ਨਾ ਹੋਵੇ ਮੀਡੀਆ ਦਾ, ਪੀੜਤਾਂ ਦਾ, ਮੀਡੀਆ ਤੇ ਪੀੜਤਾਂ ਦਾ ਦਬਾਅ ਨਾ ਹੋਵੇ ਤਾਂ ਡੇਰੇ ਵਾਲਾ ਇਸ ਤਰੀਕੇ ਦੇ ਨਾਲ ਬਿਹੇਵ ਕਰਦਾ ਕਿ ਹੁਣ ਤੱਕ ਬਾਹਰ ਆ ਜਾਂਦਾ। ਦੂਜੀ ਗੱਲ ਕੀ ਹੈ ਕਿ ਪੰਜਾਬ ਦੇ ਅੰਦਰ SIT ਸਰਗਰਮ ਹੋ ਚੁੱਕੀ ਹੈ। ਡੇਰੇ ਸਿਰਸੇ ਵਾਲਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ 6 ਦੀਆਂ। ਇਹ ਜਿਹੜੀਆਂ 6 ਗ੍ਰਿਫਤਾਰੀਆਂ ਹੋਈਆਂ ਨੇ, ਇਹਨਾਂ ਦੇ ਥਰੂ ਡੇਰੇ ਤੱਕ ਜਾਂਚ ਪਹੁੰਚੀ ਸੀ, ਪਰ ਡੇਰੇ ਮੁਖੀ ਦੀ ਪੁੱਛਗਿੱਛ ਨਹੀਂ ਹੋਈ। ਇਹ ਕਿਹਾ ਗਿਆ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਕਿ ਅਸੀਂ ਗਏ ਸੀ, ਸਾਨੂੰ ਜੇਲ੍ਹ ਵਿਭਾਗ ਨੇ ਨਹੀਂ ਦਿੱਤਾ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਮੈਜਿਸਟ੍ਰੇਟ ਨੂੰ ਅਪਰੋਚ ਕੀਤਾ ਜਾ ਸਕਦਾ ਸੀ। ਹੁਣ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਡੇਰੇ ਦੀ ਰਾਜਨੀਤੀ ਕਿੱਧਰ ਨੂੰ ਜਾਏਗੀ ਔਰ ਕੀ ਪੰਜਾਬ ਦੇ ਅੰਦਰ ਜਿਹੜੀਆਂ ਪਾਰਟੀਆਂ ਲਕੀਰ ਖਿੱਚ ਰਹੀਆਂ ਨੇ ਡੇਰੇ ਤੋਂ, ਡੇਰੇ ਦੇ ਖਿਲਾਫ ਬੋਲ ਵੀ ਰਹੀਆਂ ਨੇ, ਕੀ ਉਹ ਖੜੀਆਂ ਰਹਿਣਗੀਆਂ ਡੇਰੇ ਤੋਂ, ਡੇਰੇ ਦੇ ਕੋਲ ਜਾਣਗੀਆਂ ਤਾਂ ਨਹੀਂ। ਔਰ ਦੂਜੀ ਗੱਲ ਕੀ ਹੈ ਕਿ SIT ਡੇਰੇ ਵਾਲੇ ਨੂੰ ਪੁੱਛਗਿੱਛ ਕਰੇਗੀ, ਇਹਨੂੰ ਵੀ ਡੇਰਾ ਮੈਨੇਜ ਕਰ ਰਿਹਾ ਹੋਏਗਾ, ਇਹਨੂੰ ਡੇਰਾ ਮੁਖੀ ਵੀ ਮੈਨੇਜ ਕਰ ਰਿਹਾ ਹੋਏਗਾ। ਇਸ ਕਰਕੇ ਬਾਹਰ ਆ ਕੇ ਉਹ ਇਕੱਲਾ ਡੇਰੇ ਦੀ ਰਾਜਨੀਤੀ ਨਹੀਂ, ਸਿਰਫ ਡੇਰੇ ਦੀ ਤਾਂ ਹੈ ਹੀ ਹੈ ਜਿਹੜੀ ਧੜੇਬੰਦੀਆਂ ਪੈਦਾ ਹੋ ਚੁੱਕੀਆਂ ਨੇ ਡੇਰੇ ਦੇ ਅੰਦਰ, ਕਬਜ਼ੇ ਦੀਆਂ ਲੜਾਈਆਂ ਨੇ, ਉਹਦੇ ਤੋਂ ਬਾਅਦ SIT ਜਿਸ ਤਰੀਕੇ ਨਾਲ ਅੱਗੇ ਵਧੇਗੀ, ਕਿਉਂਕਿ ਇਹ ਹੁਣ ਇੱਕ ਤਰ੍ਹਾਂ ਦਾ ਕਾਂਗਰਸ ਦੇ ਲਈ ਇੱਕ ਮਰਿਆ ਹੋਇਆ ਸੱਪ ਬਣ ਚੁੱਕਿਆ ਹੈਗਾ ਕਿ ਗਲ 'ਚ ਪਿਆ ਹੋਇਆ ਹੈਗਾ, ਤਾਂ ਉਹ ਸੱਪ ਨੂੰ ਲਾਉਣਾ ਕਿਵੇਂ ਹੈਗਾ, ਉਹਦੇ ਲਈ ਸਾਰਿਆਂ ਤੱਕ ਪਹੁੰਚਣਾ ਪਊ ਤੁਹਾਨੂੰ। ਉਹਦੇ ਲਈ ਕਿਹਾ ਜਾ ਰਿਹਾ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਛੋਟੇ ਲੀਡਰਾਂ ਨੂੰ ਹੁਣ ਆਉਣ ਵਾਲੇ ਦਿਨਾਂ 'ਚ ਜਿਹੜੀ SIT ਉਹ ਟਾਰਗੇਟ ਕਰ ਸਕਦੀ ਹੈ। ਇਹ ਚਰਚਾ ਚੱਲ ਰਹੀ ਹੈ ਕਿ ਅਕਾਲੀ ਦਲ ਦੇ ਜਿਹੜੇ ਛੋਟੇ ਲੀਡਰ ਨੇ, ਜਿਹੜੇ ਲੋਕਲ ਲੀਡਰ ਸੀਗੇ ਉਸ ਦੌਰ ਦੇ, ਜਿਹੜੇ ਜਿਨ੍ਹਾਂ ਦੀ ਬਾਕੀਆਂ ਨੂੰ ਕਿਹਾ ਗਿਆ ਸੀ, ਉਹਨਾਂ ਤੱਕ, ਉਹਨਾਂ 'ਤੇ ਉਹ ਕੀਤਾ ਜਾਂਦਾ, ਪੁਲਿਸ ਅਧਿਕਾਰੀਆਂ ਨੂੰ ਟਾਰਗੇਟ ਕੀਤਾ ਜਾ ਸਕਦਾ। ਇਸੇ ਤਰੀਕੇ ਦੇ ਨਾਲ ਡੇਰਾ ਮੁਖੀ ਤੱਕ ਵੀ ਪਹੁੰਚੇਗੀ, ਉਹਦੇ ਨਾਲ ਹੀ ਕਾਵਾ ਮੰਡਲ ਕ੍ਰੀਏਟ ਹੋਏਗਾ। ਦੇਖੋ ਜੀ, ਜਾਂਚ ਚੱਲ ਰਹੀ ਹੈ, ਤਾਂ ਡੇਰੇ ਵਾਲਾ ਬਾਹਰ ਆ ਕੇ ਇਹ ਚੀਜ਼ਾਂ ਨੂੰ ਵੀ ਮੈਨੇਜ ਕਰਨ ਦੀ ਕੋਸ਼ਿਸ਼ ਕਰੇਗਾ। ਡੇਰਾ ਮੈਨੇਜ ਕਰਦਾ ਰਿਹਾ, ਬਹੁਤ ਸਾਰੇ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਤੇ ਲੱਗਦੇ ਰਹੇ ਨੇ, ਬਹੁਤ ਸਾਰੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਤੇ ਲੱਗਦੇ ਰਹੇ ਨੇ, ਬਹੁਤ ਸਾਰੇ ਇਲਜ਼ਾਮ ਹੋਰ ਪੋਲੀਟੀਕਲ ਪਾਰਟੀਆਂ ਤੇ ਹੋਰ ਪੋਲੀਟੀਕਲ ਲੀਡਰਾਂ ਤੇ ਵੀ ਲੱਗਦੇ ਰਹੇ ਨੇ। ਇਹ ਮੈਨੇਜਮੈਂਟ, ਚੋਣਾਂ ਦੀ ਮੈਨੇਜਮੈਂਟ ਤੋਂ ਬਾਅਦ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਨੇ, ਤਾਂ ਉਹ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਹੋ ਰਹੀਆਂ ਨੇ ਤੇ ਡੇਰਾ ਮੁਖੀ ਬਾਹਰ ਆ ਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰੇਗਾ। ਤੇ ਬੀਜੇਪੀ ਬਾਰੇ ਆਪਾਂ ਨੂੰ ਪਤਾ ਹੈ, ਬੀਜੇਪੀ ਨੇ ਹਰਿਆਣੇ ਦੇ ਅੰਦਰ ਜਦੋਂ ਸਰਕਾਰ ਬਣੀ, 3 ਸੀਟਾਂ ਤੋਂ ਸਰਕਾਰ ਬਣਾ ਲਈ ਉਹਨਾਂ ਨੇ। ਕਿਵੇਂ ਬਣੀ ਬੀਜੇਪੀ ਦੀ ਸਰਕਾਰ? ਬੀਜੇਪੀ ਦੀ ਸਰਕਾਰ 'ਚ ਡੇਰੇ ਦਾ ਸਮਰਥਨ ਸੀ। ਬਹੁਤ ਸਾਰੇ ਲੋਕ ਕਹਿੰਦੇ ਕਿ ਨਹੀਂ, ਇਹ ਕੌਂਸਟੀਟਿਊਂਸੀ ਤੇ ਨਹੀਂ ਜਿੱਤੇ, ਉਹਦੇ ਤੇ ਨਹੀਂ ਜਿੱਤੇ, ਸਿਰਸਾ 'ਚ ਤਾਂ ਚੌਟਾਲੇ ਜਿੱਤ ਗਏ ਸੀ, ਪਰ ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਸਭ ਨੂੰ ਪਤਾ, ਇਹ ਫੈਕਚੁਅਲ ਪਤਾ, ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੂੰ ਪਤਾ ਕਿ ਇਹਨਾਂ ਦੀ ਹਰ ਹਲਕੇ 'ਚ ਕਿੰਨੇ ਮਾਰਜਨ ਹੁੰਦੇ ਨੇ। ਜੇ ਆਪਾਂ ਦੇਖੀਏ, ਤੁਸੀਂ ਹਰਿਆਣੇ ਦੇ ਮਾਰਜਨ ਚੱਕ ਲਓ, ਪੰਜਾਬ ਦੇ ਮਾਰਜਨ ਚੱਕ ਲਓ, ਵੱਧ ਤੋਂ ਵੱਧ ਮਾਰਜਨ, ਥੋੜ੍ਹੀਆਂ ਸੀਟਾਂ ਨੂੰ ਛੱਡ ਦਿਓ, ਜਿਵੇਂ ਕੈਪਟਨ ਦੀ ਨੂੰ ਛੱਡ ਦਿਓ, ਸੁਖਬੀਰ ਦੀ ਨੂੰ ਛੱਡ ਦਿਓ, ਵੱਡੇ ਲੀਡਰਾਂ ਦੀਆਂ ਸੀਟਾਂ ਨੂੰ ਛੱਡ ਦਿਓ ਤੁਸੀਂ, ਉਹਨਾਂ 'ਤੇ ਵੱਡੇ ਮਾਰਜਨ ਹੁੰਦੇ ਨੇ। ਬਿਕਰਮ ਮਜੀਠੀਆ ਦੀ ਨੂੰ ਛੱਡ ਦਿਓ ਜਾਂ ਕੋਈ ਹੋਰ ਲੀਡਰ ਨੇ ਜਿਹੜੇ, ਬਾਕੀ ਮਾਰਜਨ ਕਿੰਨੇ ਹੁੰਦੇ ਨੇ? 10,000 ਤੋਂ ਥੱਲੇ ਦੇ ਮਾਰਜਨ ਹੁੰਦੇ ਨੇ, ਕਿਤੇ 5,000 ਦਾ ਮਾਰਜਨ। ਬਹੁਤੇ ਮਾਰਜਨ ਨੇ ਜਿਹੜੇ ਚੋਣ ਜਿੱਤਦੇ, ਯਾਨੀ ਜਿੱਤ ਹਾਰ ਦੀ ਜਿਹੜੀ ਗੱਲ ਹੈ ਉਹ 3,000 ਵੋਟਾਂ ਨਾਲ, 2,000 ਵੋਟਾਂ ਨਾਲ, 1,500 ਵੋਟਾਂ ਨਾਲ, 700 ਵੋਟਾਂ ਨਾਲ, ਯਾਨੀ 500 ਵੋਟਾਂ ਤੋਂ 5,000 ਵੋਟਾਂ ਦਾ ਮਾਰਜਨ ਹੁੰਦਾ। ਉਹ 5,000 ਤੋਂ 500 ਵੋਟਾਂ ਦਾ ਜਿਹੜਾ ਮਾਰਜਨ ਆ, ਉਹਦੇ 'ਚ ਇਹੋ ਜਿਹੇ ਪਲੇਅਰ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹੁੰਦੇ ਨੇ ਜਿਤਾਉਣ ਹਰਾਉਣ 'ਚ। ਯਾਨੀ ਉਹ 5,000 ਵੋਟ ਕਿੱਧਰ ਨੂੰ ਘੁੰਮੀ, ਜਿਹੜੀ ਡੇਰੇ ਦੀ ਹੈ ਜਾਂ ਕਿਸੇ ਲੋਕਲ ਡੇਰੇ ਦੀ ਹੈ ਜਾਂ ਕਿਸੇ ਲੋਕਲ ਟਕਸਾਲ ਦੀ ਹੈ, ਕਿਸੇ ਸੰਪਰਦਾ ਦੀ ਹੈ, ਕਿਸੇ ਬਾਬੇ ਦੀ ਹੈ, ਇਸ ਤਰ੍ਹਾਂ ਦੇ ਬਹੁਤ ਵੱਡੀਆਂ ਵੋਟਾਂ ਹੁੰਦੀਆਂ ਨੇ। ਸਭ ਨੂੰ ਪਤਾ ਆਪਾਂ ਨੂੰ, ਪੰਜਾਬ 'ਚ ਛੋਟੇ ਵੱਡੇ 10,000 ਡੇਰੇ ਨੇ, ਛੋਟੇ ਵੱਡੇ 10,000 ਡੇਰੇ ਨੇ, ਛੋਟੇ ਛੋਟੇ ਵੀ ਨੇ। ਉਹ ਡੇਰੇ ਕੋਈ ਉਦਾਸੀਆਂ ਦਾ, ਕੋਈ ਨਿਰਮਲਿਆਂ ਦਾ, ਇਹ ਵੱਖ-ਵੱਖ ਡੇਰੇ ਨੇ। ਤਾਂ ਇਹਨਾਂ ਡੇਰਿਆਂ ਦੀ ਪੋਲੀਟਿਕਸ ਨਾਲ ਕਿਤੇ ਨਾ ਕਿਤੇ ਜਾ ਕੇ ਸਾਂਝ ਬਣ ਜਾਂਦੀ ਹੈ ਜਦੋਂ ਲੋਕਲ ਬੰਦਾ ਜਾ ਕੇ ਉਹਨਾਂ ਦੇ ਪੈਰੀ ਪੈਂਦਾ, ਜੀ ਮੈਨੂੰ ਵੋਟਾਂ ਪਾਓ। ਤਾਂ ਇਹ ਜਿਹੜੀ ਗੇਮ ਘੁੰਮਦੀ ਹੁੰਦੀ ਆ, ਉਹ 2-3 ਹਜ਼ਾਰ 5,000 ਵੋਟਾਂ ਦਾ ਹੀ ਮਾਰਜਨ ਹੁੰਦਾ ਜ਼ਿਆਦਾਤਰ ਸੀਟਾਂ 'ਤੇ। ਤੁਸੀਂ ਚੱਕ ਕੇ ਦੇਖ ਲਓ ਪੰਜਾਬ ਦੀ ਪਿਛਲੀ ਚੋਣ ਦਾ
ਨਤੀਜੇ ਕੱਢ ਲਓ, ਉਦੋਂ ਪਿਛਲੀ ਚੋਣ ਦੇ ਨਤੀਜੇ ਕੱਢ ਲਓ, ਕੋਈ ਬਹੁਤ ਵੱਡੇ ਮਾਰਜਨ ਨਹੀਂ ਹੁੰਦੇ, 10,000 ਤੋਂ ਥੱਲੇ ਹੁੰਦੇ ਨੇ। ਉਹਨਾਂ ਦੇ ਅੰਦਰ ਇਹ ਲੋਕ ਫਿਰ ਪ੍ਰਭਾਵਿਤ ਕਰਦੇ ਨੇ। ਤਾਂ ਬੀਜੇਪੀ ਇਹ ਗੇਮ ਖੇਡਣ ਜਾ ਰਹੀ ਹੈ। ਧਰਮ ਦੀ ਰਾਜਨੀਤੀ ਨੂੰ ਖਤਰਨਾਕ ਰਾਜਨੀਤੀ ਕਿਹਾ ਜਾਂਦਾ। ਇਹ ਜੀ ਡੇਰੇ ਵਾਲਿਆਂ ਦਾ ਕਿਵੇਂ ਜਲੂਸ ਨਿਕਲਿਆ ਸੀ, ਕਿਵੇਂ ਇਹ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ, ਬਾਅਦ ਚੋਂ ਪਤਾ ਲੱਗਿਆ ਬਲਾਤਕਾਰੀ ਹੈ, ਬਾਬਾ ਬਲਾਤਕਾਰੀ ਹੈ। ਕਿਹਨੇ ਕਿਹਾ? ਅਦਾਲਤ ਨੇ ਕਿਹਾ ਕਿ ਬਾਬਾ ਬਲਾਤਕਾਰੀ ਹੈ। ਤਾਂ ਇਹਨਾਂ ਦੇ ਪੈਰਾਂ 'ਚ ਜਾ ਕੇ ਸਾਰੇ ਲੀਡਰ ਪੈਂਦੇ ਰਹੇ ਨੇ, ਸਾਰੀਆਂ ਪਾਰਟੀਆਂ ਦੇ। ਉਹ ਜਿਹੜੇ ਪੈਰਾਂ 'ਚ ਪੈਣ ਵਾਲੇ ਲੀਡਰ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਬਾਬੇ ਹੁੰਦੇ ਨੇ ਬਾਅਦ ਚੋਂ ਬਲਾਤਕਾਰੀ ਨਿਕਲਿਆ, ਕਤਲ ਦਾ ਪਰਚਾ ਚੱਲ ਰਿਹਾ, ਮਤਲਬ ਬਹੁਤ ਸਾਰੇ ਕੇਸ ਇਹਦੇ ਤੇ ਚੱਲ ਰਹੇ ਨੇ। ਇਸ ਕਰਕੇ ਬੀਜੇਪੀ ਇਹ ਕੋਸ਼ਿਸ਼ ਕਰੇਗੀ, ਬੀਜੇਪੀ ਦੇ ਹੱਥ ਦੀ ਜਾਨ ਹੈ। ਹੁਣ ਹਰਿਆਣਾ 'ਚ ਬੀਜੇਪੀ ਦੀ ਸਰਕਾਰ ਆ, ਸੈਂਟਰ 'ਚ ਬੀਜੇਪੀ ਦੀ ਸਰਕਾਰ ਆ, ਤਾਂ ਸੈਂਟਰ ਗਵਰਨਮੈਂਟ ਵੀ ਇਹਦੀ ਮਦਦ ਕਰ ਸਕਦੀ ਹੈ ਤੇ ਹਰਿਆਣਾ ਸਰਕਾਰ ਵੀ। ਤੇ ਜੇਲ੍ਹ 'ਚੋਂ ਕਢਵਾਉਣ ਲਈ ਜੇ ਕੋਈ ਇਹਦੀ ਮਦਦ ਕਰੇਗਾ ਤਾਂ ਇਹੀ ਕਰੇਗਾ। ਤਾਂ ਐਂ ਕਿ ਮੀਡੀਆ ਦੇ ਅੰਦਰ ਹਾਈਲਾਈਟ ਬਹੁਤ ਹੋਇਆ ਕੇਸ ਆ, ਜਿਹੜਾ ਕੇਸ ਹਮੇਸ਼ਾ ਮੀਡੀਆ 'ਚ ਬਹੁਤ ਹਾਈਲਾਈਟ ਹੋ ਜਾਂਦਾ, ਉਹ 'ਚ ਕ੍ਰਿਮੀਨਲ ਦੀ ਮਦਦ ਕਰਨੀ ਔਖੀ ਹੋ ਜਾਂਦੀ ਹੈ ਸਰਕਾਰਾਂ ਨੂੰ। ਜਿਵੇਂ ਗੋਪਾਲ ਕਾਂਡਾ ਆ ਰਹੇ ਸੀ ਬੀਜੇਪੀ ਦੇ ਨਾਲ ਹਰਿਆਣੇ ਦੇ ਅੰਦਰ, ਗੋਪਾਲ ਕਾਂਡਾ ਜਹਾਜ਼ 'ਚ ਵੀ ਬੈਠੇ, ਗੋਪਾਲ ਕਾਂਡਾ ਦੀਆਂ ਜਿਉਂ ਤਸਵੀਰਾਂ ਸਾਹਮਣੇ ਆਈਆਂ, ਮੀਡੀਆ 'ਚ ਪਬਲਿਸ਼ ਹੋਈਆਂ, ਚਰਚਾ ਦਾ ਵਿਸ਼ਾ ਬਣ ਗਈਆਂ। ਬੀਜੇਪੀ ਨੇ ਨਾਲ ਦੀ ਨਾਲ ਗੋਪਾਲ ਕਾਂਡਾ ਨੂੰ ਡ੍ਰੌਪ ਕੀਤਾ ਤੇ ਦੁਸ਼ਯੰਤ ਚੌਟਾਲਾ ਦੇ ਨਾਲ ਆਪਣੀ ਸਰਕਾਰ ਬਣਾਈ। ਉਹਦਾ ਕਾਰਨ ਕੀ ਸੀ, ਕਿਉਂ ਬਣਾਈ? ਕਿਉਂਕਿ ਬਹੁਤ ਵੱਡੀ ਬਦਨਾਮੀ ਹੋਈ ਸੀਗੀ ਗੋਪਾਲ ਕਾਂਡਾ ਦੀ। ਗੋਪਾਲ ਕਾਂਡਾ ਤੇ ਬਹੁਤ ਸਾਰੇ ਕੇਸ ਚੱਲ ਰਹੇ ਸੀ, ਬਦਨਾਮ ਬੰਦਾ ਗੋਪਾਲ ਕਾਂਡਾ ਐਮਐਲਏ ਹੁਣ ਵੀ, ਪਰ ਉਹ ਬਹੁਤ ਸਾਰੇ ਆਜ਼ਾਦ ਐਮਐਲਏ ਨੂੰ ਲੈ ਕੇ ਬੀਜੇਪੀ ਦੀ ਸਰਕਾਰ ਬਣਾਉਣਾ ਚਾਹੁੰਦਾ ਸੀ। ਇਸ ਕਰਕੇ ਹਮੇਸ਼ਾ ਜਦੋਂ ਇਹ ਚੀਜ਼ਾਂ ਵਾਪਰਦੀਆਂ ਨੇ ਤਾਂ ਫਿਰ ਮੀਡੀਆ ਦਾ ਜਦੋਂ ਧਿਆਨ ਉਹਨਾਂ ਤੇ ਜਾਂਦਾ, ਜਦੋਂ ਪੀੜਤਾਂ ਦਾ ਜਾਂਦਾ ਧਿਆਨ, ਜਦੋਂ ਕੋਈ ਲੋਕ ਇਹਨੂੰ ਇਸ਼ੂ ਬਣਾ ਦਿੰਦੇ ਨੇ, ਪ੍ਰੈਸ਼ਰ ਗਰੁੱਪ, ਸਿਵਲ ਸੁਸਾਇਟੀ ਜਦੋਂ ਇਸ਼ੂ ਬਣ ਜਾਂਦੇ ਆ ਤਾਂ ਫਿਰ ਅਜਿਹੇ ਲੋਕਾਂ ਦੇ ਲਈ ਸਰਕਾਰਾਂ ਨੂੰ ਮਦਦ ਕਰਨਾ ਮੁਸ਼ਕਲ ਹੋ ਜਾਂਦਾ। ਪਰ ਬੀਜੇਪੀ ਸਰਕਾਰ ਹਰ ਉਹ ਮਦਦ ਤੱਕ ਜਾਏਗੀ ਕਿਉਂਕਿ ਉਹਨਾਂ ਨੂੰ ਪੰਜਾਬ ਨਜ਼ਰ ਆਉਂਦਾ। ਪੰਜਾਬ ਦੇ ਅੰਦਰ ਉਹ ਇਕੱਲੇ ਨੇ, ਪੰਜਾਬ 'ਚੋਂ ਕਿਹਨਾਂ ਦੀਆਂ ਵੋਟਾਂ ਲੈਣਗੇ? ਤਾਂ ਡੇਰੇ ਨੂੰ ਸਾਧਣ ਦੀ ਕੋਸ਼ਿਸ਼ ਬੀਜੇਪੀ ਕਰੇਗੀ। ਔਰ ਖੁਦ ਡੇਰੇ ਦੇ ਲੋਕ ਇਹ ਕਹਿੰਦੇ ਨੇ ਕਿ ਬੀਜੇਪੀ ਦੇ ਹੱਥ ਸਾਡੀ ਜਾਨ ਆ। ਇੱਕ ਪਾਸੇ ਤੁਸੀਂ ਇਹ ਕਿਆਸ ਲਾਏ ਜਾ ਰਹੇ ਨੇ ਕਿ ਬੀਜੇਪੀ ਡੇਰਾ ਸਿਰਸਾ ਮੁਖੀ ਦੀ ਮਦਦ ਕਰ ਸਕਦੀ ਹੈ। ਅੱਜ ਸੀਨੀਅਰ ਵਕੀਲ ਨਵਕਿਰਨ ਸਿੰਘ ਹੋਰਾਂ ਨਾਲ ਵੀ ਮੇਰੀ ਗੱਲ ਹੋਈ, ਕਹਿੰਦੇ ਜੇ ਵਿਕਟਮ ਨਾ ਬੋਲਦੇ ਹੁੰਦੇ ਤਾਂ ਹੁਣ ਤੱਕ ਨੂੰ ਤਾਂ ਬਾਹਰ ਕੱਢਿਆ ਹੁੰਦਾ। ਪਰ ਦੂਜੇ ਪਾਸੇ ਕੈਂਸਲੇਸ਼ਨ ਰਿਪੋਰਟ ਨੂੰ ਲੈ ਕੇ ਬੀਜੇਪੀ ਅਕਾਲੀਆਂ ਤੇ ਵਾਰ ਕਰ ਰਹੀ ਹੈ ਵੀ ਡੇਰਾ ਸਿਰਸਾ ਮੁਖੀ ਨੂੰ ਉਹ ਵਿਚਾਰੇ ਸੀ। ਕੀ ਲੱਗਦਾ ਫਿਰ? ਉਹ ਤਾਂ ਫਿਰ ਉਦੋਂ ਤਾਂ ਸਾਰੇ ਉਦੋਂ ਇਕੱਠੇ ਹੀ ਸੀਗੇ। ਆਪਾਂ ਜਦੋਂ ਇੰਟਰਵਿਊ ਕੀਤਾ ਹੈਗਾ ਲਾਲਪੁਰਾ ਹੋਰਾਂ ਦਾ, ਉਹਨਾਂ ਨੂੰ ਮੈਂ ਪੁੱਛਿਆ ਕਿ ਭਾਈ ਉਦੋਂ ਤਾਂ ਇਕੱਠੇ ਹੀ ਸੀ ਤੁਸੀਂ, ਹੁਣ ਤੁਸੀਂ ਰੌਲਾ ਪਾ ਰਹੇ ਹੋ ਕਿ ਅਕਾਲੀਆਂ ਨੇ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ 2012 ਦੇ ਅੰਦਰ, 2007 ਤੋਂ ਜਿਹੜਾ ਸਰਕਾਰ ਹੋ ਰਹੀ, ਤਾਂ ਉਦੋਂ ਤੁਸੀਂ ਕਿਉਂ ਨਹੀਂ ਬੋਲੇ? ਉਦੋਂ ਬਾਅਦ ਤਾਂ ਦੁਬਾਰਾ ਸਰਕਾਰ ਆਈ, 30 ਜਨਵਰੀ 2012 ਦੀ ਇਲੈਕਸ਼ਨ ਸੀ ਤੇ 25 ਜਨਵਰੀ 12 ਤੋਂ 17 ਤੱਕ ਉਹੀ ਗੱਲ ਆ। ਤਾਂ ਉਹ ਇਹ ਗੱਲ ਜਿਹੜੀ ਹੈਗੀ 2000 ਉਦੋਂ ਤੁਸੀਂ ਰੌਲਾ ਕਿਉਂ ਨਹੀਂ ਪਾਇਆ? ਤਾਂ ਰਾਜਨੀਤੀ 'ਚ ਕਿਹਾ ਜਾਂਦਾ ਇੱਕ ਸ਼ਬਦ ਆ ਰਾਜਨੀਤੀ ਦੇ ਅੰਦਰ ਕਿ ਪੋਲੀਟੀਕਲ ਕੰਫਰਟਨੈਸ ਕੀ ਹੈ ਤੁਹਾਡੀ, ਪੋਲੀਟੀਕਲ ਕਨਵੀਨੀਅੰਸ ਕੀ ਹੈ, ਤੁਹਾਨੂੰ ਕਨਵੀਨੀਅੰਸ ਕੀ ਹੈ, ਤੁਹਾਨੂੰ ਕਿਵੇਂ ਠੀਕ ਲੱਗਦੀ ਹੈ ਰਾਜਨੀਤੀ। ਬਸ ਜਿਹੜੇ ਮੌਕਿਆਂ ਦੇ ਮੁਤਾਬਕ ਤੁਹਾਨੂੰ ਚੀਜ਼ਾਂ ਠੀਕ ਲੱਗ ਰਹੀਆਂ ਤੁਸੀਂ ਉਦੋਂ ਕਰ ਰਹੇ ਸੀ, ਉਦੋਂ ਸਭ ਤੋਂ ਵੱਡੇ ਡੇਰੇ ਦੇ। ਹੁਣ ਪੰਜਾਬ 'ਚ ਤੁਸੀਂ ਇਹ ਸਾਰੀਆਂ ਗੱਲਾਂ ਕਹਿ ਰਹੇ ਹੋ, ਹੁਣ ਵੀ ਤੁਸੀਂ ਇਸ ਹੱਦ ਤੱਕ ਹੀ ਕਹਿ ਰਹੇ ਹੋ ਸਿਰਫ ਕਿਉਂਕਿ ਡੇਰਾ ਕਦੇ ਜਦੋਂ ਵੋਟਾਂ, ਤੁਸੀਂ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਵੀ ਦੇਖੋਗੇ ਪਿੱਛੇ ਜਦੋਂ ਪਿਛਲੀ ਚੋਣ ਸੀਗੀ, ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਗਿਆ ਜੀ ਡੇਰਾ ਤੋਂ ਸਮਰਥਨ ਲਿਆ ਅਕਾਲੀ ਦਲ ਨੇ, ਉਹਨਾਂ ਨੇ ਕਿਹਾ ਨਹੀਂ ਅਸੀਂ ਤਾਂ ਸਮਰਥਨ ਲਿਆ ਨਹੀਂ, ਜਿਹੜਾ ਸਾਨੂੰ ਸਮਰਥਨ ਦੇ ਰਿਹਾ ਉਹਦਾ ਵੈਲਕਮ ਆ। ਤਾਂ ਬੜੀ ਡਿਪਲੋਮੈਟਿਕ ਪੋਲਿਟਿਕਸ ਹੁੰਦੀ ਹੈ, ਕੈਪਟਨ ਵੀ ਇਹੀ ਕਹਿੰਦੇ ਰਹੇ ਨੇ, ਕਿਉਂਕਿ ਬਾਦਲ ਵੀ ਇਹੀ ਕਹਿੰਦੇ ਰਹੇ ਨੇ। 2007 ਦੀ ਗੱਲ ਕਰੀਏ ਤਾਂ ਜੋਗਿੰਦਰ ਵੇਦਾਂਤੀ ਇਹ ਬਿਆਨ ਦਿੰਦੇ ਨੇ ਕਿ ਡੇਰੇ ਦੇ ਨਾਲ ਸਾਡਾ ਕੋਈ ਸਬੰਧ ਨਹੀਂ, ਸਿੱਖ ਆ ਜੋ ਕੋਈ ਸਬੰਧ ਨਾ ਰੱਖੇ। ਪਰ ਬਾਅਦ ਦੇ ਵਿੱਚ ਅਸੀਂ ਦੇਖਿਆ ਹੁਣ ਵੀ ਡੇਰਾ ਪ੍ਰੇਮੀ ਕਹਿ ਰਹੇ ਨੇ ਕਿ 2017 'ਚ ਅਸੀਂ ਸਮਰਥਨ ਦਿੱਤਾ ਅਕਾਲੀ ਦਲ ਨੂੰ, ਇਸ ਕਰਕੇ ਕੈਪਟਨ ਸਰਕਾਰ ਸਾਨੂੰ ਤੰਗ ਕਰ ਰਹੀ ਹੈ। SIT ਹਾਂ ਬਿਲਕੁਲ, ਡੇਰੇ ਵਾਲੇ ਰੌਲਾ ਪਾਉਂਦੇ ਰਹੇ ਨੇ ਕਿ ਸਾਨੂੰ ਤਾਂ ਸਮਰਥਨ ਦਿੱਤਾ ਸੀ। ਤਾਂ ਹੁਣ ਇਹੀ ਹੈਗਾ ਕਿ ਕਾਂਗਰਸ ਵੀ ਕੋਸ਼ਿਸ਼ ਕਰੇਗੀ ਇਹ ਕਿ ਆਪਾਂ ਇਹਨਾਂ ਨੂੰ ਟਾਈਟ ਕਰਕੇ ਬਾਅਦ 'ਚੋਂ ਵੋਟਾਂ ਹੀ ਲੈ ਲਓ ਜੇ ਵੋਟਾਂ ਦਿੰਦੇ ਨੇ, ਜਾਂ ਕੁਝ ਹਲਕਿਆਂ ਸਪੋਰਟ ਕਰਾ ਲਓ। ਇਸ ਕਰਕੇ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਕੀਤੀਆਂ ਜਾਣਗੀਆਂ। ਔਰ ਜਿਵੇਂ ਮੈਂ ਕਿਹਾ ਕਿ ਪੰਜਾਬ ਦੀ ਲਗਭਗ ਜਿਹੜੀ ਪੋਲੀਟੀਕਲ ਪਾਰਟੀ ਐਕਟਿਵ ਰਹੀ ਹੈ, ਉਹ ਹਰ ਜਿਵੇਂ ਆਮ ਆਦਮੀ ਪਾਰਟੀ ਦੇ MLA ਜਿਹੜੇ ਆਮ ਆਦਮੀ ਪਾਰਟੀ ਵੱਲੋਂ ਖੜੇ ਹੋਏ ਸੀ ਉਹ ਡੇਰੇ ਤੇ ਗਏ ਨੇ, ਡੇਰਿਆਂ ਦੇ ਉੱਤੇ, ਇਹਦੇ ਤੇ ਨਹੀਂ ਡੇਰਾ ਸੱਚਖੰਡ ਵੱਲਾਂ ਵੀ ਗਏ ਨੇ, ਡੇਰਿਆਂ ਦੇ ਉੱਤੇ ਜਾਂਦੇ ਰਹੇ ਨੇ। ਆਮ ਆਦਮੀ ਪਾਰਟੀ ਵੱਖਰੀ ਗੱਲ ਆ, ਕੋਈ ਵੱਡਾ ਲੀਡਰ ਨਹੀਂ ਗਿਆ, ਉਹਨਾਂ ਦੇ ਛੋਟੇ ਲੀਡਰ ਗਏ ਨੇ। ਅਕਾਲੀ ਦਲ ਦੇ ਲੀਡਰਾਂ ਨੂੰ ਤਾਂ ਸਜ਼ਾ ਲੱਗੀ ਸੀ ਅਕਾਲ ਤਖਤ ਸਾਹਿਬ, ਤਾਂ ਆਪਾਂ ਨੂੰ ਸਭ ਨੂੰ ਪਤਾ, ਤਲਬ ਕੀਤੇ ਗਏ ਸੀ। ਰਾਜਾ ਵੜਿੰਗ ਕਾਂਗਰਸ ਦੇ ਲੀਡਰ ਗਏ ਸੀ, ਕਿੰਨੇ ਸਾਰਿਆਂ ਨੂੰ ਤਲਬ ਕੀਤਾ ਗਿਆ ਸੀ, ਤੁਹਾਡੇ ਯਾਦ ਹੋ। ਤਲਵੰਡੀ ਸਾਬੋ ਦੇ ਅੰਦਰ ਇੱਕ ਪ੍ਰੋਗਰਾਮ ਦਾ ਵੀਡੀਓ ਲੀਕ ਹੋ ਗਿਆ ਸੀਗਾ ਅਕਾਲੀ ਦਲ ਵੱਲੋਂ, ਜਿਹੜੇ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਕੈਂਡੀਡੇਟ ਸੀਗੇ ਉਹ ਡੇਰੇ ਦੇ ਵਿੱਚ ਖੜੇ ਸੀਗੇ, ਬੋਲ ਰਹੇ ਸੀ। ਉਹ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਇਆ ਸੀ। ਡੇਰੇ ਦੇ ਖਿਲਾਫ ਉਦੋਂ ਜਿਹੜੇ ਸਾਬਕਾ ਜਥੇਦਾਰ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ ਗੁਰਮੁਖ ਸਿੰਘ,
ਉਹ ਬੋਲੇ ਸੀ ਖੁੱਲ੍ਹ ਕੇ, ਡੇਰੇ ਦੀਆਂ ਡੀਲਾਂ ਤੇ ਬੋਲੇ ਸੀ, ਅਕਾਲੀ ਦਲ ਦੇ ਖਿਲਾਫ ਬੋਲੇ ਸੀ। ਤਾਂ ਇਸ ਕਰਕੇ ਡੇਰਾ ਕਿੰਨਾ ਪ੍ਰਭਾਵ ਰੱਖਦਾ ਇਹ ਤਾਂ ਕਿਸੇ ਦੀ ਮਿਨਿਊਟਲੀ ਸਟੱਡੀ ਤਾਂ ਨਹੀਂ ਹੈ ਕਿ ਡੇਰੇ ਦੀ ਆਹ ਸਟੱਡੀ ਆ ਡੇਰਾ ਐਂ ਕਰਦਾ, ਪਰ ਡੇਰੇ ਦੇ ਬਾਰੇ ਸਭ ਨੂੰ ਪਤਾ ਕਿ ਡੇਰੇ ਦੀਆਂ ਖੇਡਾਂ ਕੀ ਨੇ ਤੇ ਡੇਰਾ ਕਿਸ ਤਰੀਕੇ ਨਾਲ ਖੇਡਦਾ। ਪਰ ਇਹ ਬਾਬੇ ਨੂੰ ਵੀ ਸਿੱਖਣ ਦੀ ਲੋੜ ਆ। ਕਿਸੇ ਪੋਲੀਟੀਕਲ ਪਾਰਟੀ ਨੇ ਫਿਰ ਬਖਸ਼ਿਆ ਨਹੀਂਗਾ, ਉਦੋਂ ਸਾਰਿਆਂ ਦੇ ਬਿਆਨ ਆਏ। ਇਸ ਕਰਕੇ ਇਹ ਪੋਲੀਟਿਕਸ ਤੋਂ ਡੇਰਿਆਂ ਨੂੰ, ਧਰਮ ਨੂੰ ਅਲੱਗ ਰਹਿਣਾ ਚਾਹੀਦਾ। ਰਾਜਨੀਤੀ ਦੇ ਅੰਦਰ ਇਸ ਤਰ੍ਹਾਂ ਦੀ ਇੰਟਰਵੈਂਸ਼ਨ ਆ ਜਿਹੜੀ ਉਹ ਖਤਰਨਾਕ ਹੁੰਦੀ ਹੈਗੀ। ਲੋਕਤੰਤਰ ਦੇ ਅੰਦਰ ਲੋਕਾਂ ਦੀ ਇੱਕ ਰਾਏ ਆ, ਲੋਕ ਆਪਣੀ ਰਾਏ ਨਾਲ ਕਿਵੇਂ ਵੋਟ ਪਾਉਂਦੇ ਨੇ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈਗੀ, ਨਾ ਕਿ ਇਹ ਹੈ ਕਿ ਕੋਈ ਬੰਦਾ ਇਸ ਤਰੀਕੇ ਨਾਲ ਪ੍ਰਭਾਵਿਤ ਕਰਕੇ ਪੂਰੇ ਦੇ ਪੂਰੇ ਸਿਸਟਮ ਨੂੰ। ਪਰ ਆਪਾਂ ਨੂੰ ਪਤਾ ਬੀਜੇਪੀ ਤਾਂ ਕਰਦੀ ਹੋਈ ਧਰਮ ਦੀ ਰਾਜਨੀਤੀ ਹੈ। ਉਹਨਾਂ ਨੇ ਤਾਂ ਹੁਣ ਤੱਕ ਗੋਂਡਸੇ ਨੂੰ ਮਾਰਨ ਤੋਂ ਲੈ ਕੇ, ਜਦੋਂ ਮਾਰਿਆ ਗਿਆ ਨੱਥੂਰਾਮ ਗੋਡਸੇ ਦੇ ਵੱਲੋਂ ਗਾਂਧੀ ਨੂੰ, ਉਹ ਤੋਂ ਬਾਅਦ ਵੀ ਉਹਨਾਂ ਨੇ ਕਦੇ ਗੋਡਸੇ ਦੀ ਆਲੋਚਨਾ ਨਹੀਂ ਕੀਤੀ ਕਿ ਗੋਡਸੇ ਗਲਤ ਨੇ। ਹਾਲਾਂਕਿ ਗੋਡਸੇ ਹਿੰਦੂ ਮਹਾਸਭਾ ਨਾਲ ਜੁੜੇ ਹੋਏ ਸੀ, ਆਰਐਸਐਸ ਨਾਲ ਡਾਇਰੈਕਟ ਲਿੰਕ ਨਹੀਂ ਸੀ ਕੋਈ, ਪਰ ਆਰਐਸਐਸ ਨੇ ਕਦੇ ਨਹੀਂ ਕਿਹਾ ਕਿ ਗੋਡਸੇ ਦਾ ਐਕਸ਼ਨ ਇਹ ਗਲਤ ਸੀਗਾ। ਅੰਦਰ ਗੱਲ ਚੱਲੀ ਹੋਈ, ਪਬਲਿਕ 'ਚ ਕਦੇ ਨਹੀਂ ਕਿਹਾ ਹੈਗਾ। ਇਸ ਕਰਕੇ ਉਦੋਂ ਬਾਅਦ ਹੁਣ ਤਾਂ ਗੋਡਸੇ ਦੇ ਮੰਦਰ ਬਣਨ ਲੱਗੇ ਉਹਨਾਂ ਵੱਲੋਂ। ਤਾਂ ਧਰਮ ਦੀ ਰਾਜਨੀਤੀ, ਉਹ ਵੀ ਧਰਮ ਦੀ ਰਾਜਨੀਤੀ ਸ਼ੁਰੂ ਹੁੰਦੀ ਹੈ ਨਾ। ਪਾਕਿਸਤਾਨ ਬਣਨ ਨੂੰ ਲੈ ਕੇ ਗਾਂਧੀ ਦੇ ਖਿਲਾਫ ਸੀ ਗੋਡਸੇ, ਉਹ ਕਹਿੰਦਾ ਸੀ ਇੰਨੇ ਪੈਸੇ ਕਿਉਂ ਦਿੱਤੇ ਜਾ ਰਹੇ ਨੇ, ਪਾਕਿਸਤਾਨ ਪ੍ਰਤੀ ਲੀਨੀਅੰਟ ਆ ਗਾਂਧੀ। ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਧਰਮ ਦੀ ਰਾਜਨੀਤੀ ਹਮੇਸ਼ਾ ਹਿੰਦੂ ਰਾਸ਼ਟਰ ਦੀ ਗੱਲ, ਹਿੰਦੂ ਹਿਰਦੇ ਸਮਰਾਟ ਦੀ ਗੱਲ, ਹਿੰਦੂਆਂ ਦੇ ਰਹਿਨੁਮਾ ਬਣਨ ਦੀ ਗੱਲ, ਉਸੇ ਤਰ੍ਹਾਂ ਦੀਆਂ ਜਿਹੜੀਆਂ ਰਾਜਨੀਤੀਆਂ ਹੁੰਦੀਆਂ ਨੇ ਉਹ ਕਿਸੇ ਵੀ ਧਰਮ ਦੇ ਨਾਂ 'ਤੇ ਹੋਣ, ਉਹ ਚਾਹੇ ਹਿੰਦੂ ਧਰਮ ਦੇ ਨਾਂ 'ਤੇ ਹੋਣ ਜਾਂ ਹੋਰ ਧਰਮਾਂ ਦੇ ਨਾਂ 'ਤੇ ਹੋਣ, ਇਹ ਜਿਹੜੀਆਂ ਰਾਜਨੀਤੀਆਂ ਨੇ ਇਹ ਫਿਰ ਗਲਤ ਪਾਸੇ ਨੂੰ ਲੈ ਕੇ ਜਾਂਦੀਆਂ ਨੇ ਕਿਸੇ ਵੀ ਲੋਕਤੰਤਰੀ ਵਿਵਸਥਾ ਨੂੰ। ਤੇ ਸਾਡੇ ਇੱਥੇ ਤਾਂ ਹੋਇਆ ਹੈਗਾ ਖੁੱਲ੍ਹ। ਕਾਂਗਰਸ ਵੀ ਕੋਈ ਦੁੱਧ ਧੋਤੀ ਨਹੀਂ, ਕਾਂਗਰਸ ਨੇ ਬਥੇਰਾ ਕੁਛ ਕੀਤਾ ਧਰਮ ਦੇ ਨਾਂ ਦੇ ਉੱਤੇ। ਰਾਜਨੀਤੀ 84 ਦੀ ਰਾਜਨੀਤੀ ਆਪਾਂ ਦੇਖਿਆ, ਇੰਡੀਅਨ ਪੋਲਿਟਿਕਸ ਦੀ ਜਗ੍ਹਾ ਕਤਲੇਆਮ 84 ਦਾ ਕਤਲੇਆਮ ਕੀਤਾ ਕਾਂਗਰਸ ਨੇ, ਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਕਾਂਗਰਸ ਇਹੀ ਕੁਛ ਕਰਦੀ ਰਹੀ ਹੈਗੀ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੇ ਦੇਸ਼ ਨੂੰ ਬਰਬਾਦ ਕੀਤਾ ਹੈਗਾ। ਤੇ ਆਪਾਂ ਦੇਖਿਆ ਕਿਵੇਂ ਆ ਕੇ ਪੰਚਕੂਲੇ ਦੇ ਅੰਦਰ ਅੱਗਾਂ ਲੱਗੀਆਂ ਸੀ, ਉਹ ਯਾਦ ਨਹੀਂ ਪੋਲੀਟੀਸ਼ੀਅਨਾਂ ਨੂੰ? ਉਦੋਂ ਕਿਵੇਂ ਚੀਕਾਂ ਮਾਰਦੇ ਸੀ ਸਾਰੇ, ਕਿਸ ਤਰੀਕੇ ਨਾਲ ਸਾਰਾ ਕੁਛ ਕੀਤਾ ਗਿਆ ਸੀ, ਅੱਗਾਂ ਲਾਈਆਂ ਗਈਆਂ, ਸਾਰੇ ਦੇਸ਼ ਨੂੰ ਫੂਕ ਦਿੱਤਾ ਗਿਆ ਸੀਗਾ। ਹਾਈ ਕੋਰਟ ਨੇ ਕਿਹਾ ਸੀ ਇਹਨਾਂ ਤੋਂ ਭਰਪਾਈ ਕਰਾਂਗੇ ਪੈਸਿਆਂ ਦੀ। ਇਸ ਕਰਕੇ ਡੇਰਿਆਂ ਦੀ ਰਾਜਨੀਤੀ ਤੋਂ ਪੋਲੀਟੀਕਲ ਪਾਰਟੀਆਂ ਨੂੰ ਬਚਣ ਦੀ ਲੋੜ ਆ। ਇਹੋ ਜਿਹੇ ਲੋਕ ਇਹ ਉਹਨਾਂ ਨੂੰ ਯੂਜ਼ ਕਰਦੇ ਆ, ਦੋਵਾਂ ਦਾ ਰਿਸ਼ਤਾ ਆ। ਡੇਰੇ ਸਿਆਸੀ ਪਾਰਟੀਆਂ ਨੂੰ ਯੂਜ਼ ਕਰਦੇ ਆ, ਸਿਆਸੀ ਪਾਰਟੀਆਂ ਡੇਰਿਆਂ ਨੂੰ ਵਰਤਦੀਆਂ ਨੇ। ਤਾਂ ਇੱਕ ਦੂਜੇ ਦੀ ਵਰਤੋਂ 'ਚ ਹੀ ਫਿਰ ਨੁਕਸਾਨ ਕਿਹਦਾ ਹੁੰਦਾ? ਸਮਾਜ ਦਾ ਨੁਕਸਾਨ। ਨਾ ਡੇਰੇ ਦਾ ਹੁੰਦਾ ਨਾ ਪੋਲੀਟੀਕਲ ਪਾਰਟੀ ਦਾ ਹੁੰਦਾ, ਨੁਕਸਾਨ ਹੁੰਦਾ ਹਮੇਸ਼ਾ ਸਮਾਜ ਦਾ। ਤੇ ਡੇਰੇ ਮੁਖੀ ਨੇ ਕੀ ਕੀਤਾ? ਡੇਰਾ ਮੁਖੀ ਬਲਾਤਕਾਰੀ ਹੈ, ਸਭ ਨੂੰ ਪਤਾ। ਕੋਰਟ ਨੇ ਕਿਹਾ ਹੋਇਆਗਾ, ਜੱਜਮੈਂਟ ਆ ਗਈ ਉਹਦੇ ਖਿਲਾਫ ਕਿ ਉਹ ਬਲਾਤਕਾਰੀ ਹੈ। ਪਰ ਪੋਲੀਟੀਕਲ ਪਾਰਟੀਆਂ ਨੇ ਜਦੋਂ ਵੋਟ ਲੈਣਾ ਉਦੋਂ ਉਹਨਾਂ ਲਈ ਕੋਈ ਬਲਾਤਕਾਰੀ ਨਹੀਂ, ਉਦੋਂ ਉਹਨਾਂ ਲਈ ਕੋਈ ਕ੍ਰਿਮੀਨਲ ਨਹੀਂ। ਕ੍ਰਿਮੀਨਲ ਵੀ ਆ, ਉਹ 'ਤੇ ਚਾਰਜਸ ਲੱਗੇ ਨੇ, ਕਤਲ ਦੇ ਚਾਰਜ ਜਿਹੜੇ ਸਾਰੇ ਲੱਗੇ ਹੋਏ ਨੇ। ਸਾਧੂਆਂ ਨੂੰ ਨਪੁੰਸਕ ਬਣਾਉਣ ਵਾਲਾ ਮਾਮਲਾ ਆਪਣੇ ਸਾਹਮਣੇ ਆ, ਕਿੱਡਾ ਵੱਡਾ ਕ੍ਰਾਈਮ ਆ ਇਹ। ਉਹ ਕੇਸ ਵੀ ਖੁੱਲ੍ਹ ਚੁੱਕਿਆ ਹੈਗਾ। ਕਿੰਨੇ ਕੇਸ ਡੇਰਾ ਮੁਖੀ ਦੇ ਖਿਲਾਫ ਨੇ। ਫਿਰ ਵੀ ਡੇਰੇ ਵਾਲੇ ਦੇ ਅੱਗੇ ਹੁਣ ਚੋਣਾਂ ਉਹਦੇ ਫਿਰ ਟਾਈਮ ਫਿਰ ਸੈਟਿੰਗ ਕਰਕੇ ਇਹ ਤਾਂ ਕਿਹਾ ਜਾਂਦਾ ਕਿ ਬੀਜੇਪੀ ਡੇਰੇ ਵਾਲੇ ਤੋਂ ਦੁਖੀ ਕਿਉਂ ਸੀ ਕਿ ਡੇਰੇ ਵਾਲੇ ਨੇ ਅਮਿਤ ਸ਼ਾਹ ਨੂੰ ਬਿਠਾ ਕੇ ਰੱਖਿਆ ਜਾਂ ਬੀਜੇਪੀ ਦੇ ਲੀਡਰਾਂ ਨੂੰ ਉੱਥੇ ਵੇਟ ਕਰਾਇਆ ਸੀ। ਜਿਵੇਂ ਬਾਕੀਆਂ ਨੂੰ ਆਦਤ ਸੀ ਵੇਟ ਕਰਾਉਣ ਦੀ, ਇਹਨੂੰ ਵੀ ਕਰਾਇਆ। ਤੇ ਬੀਜੇਪੀ ਨੇ ਕਹਿੰਦੇ ਡੇਰਾ ਠੋਕੇ ਹੀ ਤਾਂ ਸੀਗਾ ਕਿ ਹੁਣ ਉਹ ਡੇਰੇ ਅੱਗੇ ਝੁਕਣਾ ਨਹੀਂ। ਡੇਰੇ ਵਾਲਾ ਅਸੀਂ ਡੇਰੇ ਵਾਲੇ ਨੂੰ ਕਹਾਂਗੇ, ਜੋ ਕਹਾਂਗੇ ਉਹੀ ਕਰੂਗਾ। ਫਿਰ ਡੇਰੇ ਵਾਲੇ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ ਜਦੋਂ ਸਰਕਾਰ ਆ ਗਈ, ਕਦੇ ਸਵੱਛ ਅਭਿਆਨ, ਕਦੇ ਝਾੜੂ ਚਲਾਉਂਦਾ ਸੀ, ਕਦੇ ਕੁਛ, ਪਰ ਅਗਲਿਆਂ ਨੇ ਨਹੀਂ ਬਖਸ਼ਿਆ, ਰਗੜਿਆ ਡੇਰੇ ਵਾਲੇ ਨੂੰ। ਇਹ ਕਿਹਾ ਗਿਆ, ਕਹਿੰਦੇ ਭਰੋਸਾ ਦਵਾ ਦਿੱਤਾ ਗਿਆ ਸੀ ਡੇਰੇ ਵਾਲੇ ਨੂੰ ਵੀ ਜੱਜਮੈਂਟ ਤੇਰੇ ਖਿਲਾਫ ਨਹੀਂ ਆਉਂਦੀ। ਜਦੋਂ ਡੇਰੇ 'ਚੋਂ ਨਿਕਲ ਕੇ ਆਇਆ ਇਹ, ਕੋਰਟ 'ਚ ਉਹਨੂੰ ਕਿਹਾ ਗਿਆ ਸੀ ਕਿ ਤੂੰ ਇੱਥੋਂ ਮੁਕਤ ਹੋ ਕੇ ਜਾਏਗਾ, ਤੇਰੇ ਖਿਲਾਫ ਇਹ ਜ਼ਮਾਨਤ ਨਹੀਂ ਆਏਗੀ, ਤੇਰੇ ਖਿਲਾਫ ਇਹ ਫੈਸਲਾ ਨਹੀਂ ਆਏਗਾ, ਜ਼ਮਾਨਤ ਹੋ ਜਾਏਗੀ ਤੇਰੀ, ਜਾਂ ਤੂੰ ਬਰੀ ਹੋ ਜਾਏਗਾ, ਜ਼ਮਾਨਤ ਤੇ ਅਸੀਂ ਬਰੀ ਹੋ ਜਾਏਗਾ ਤੂੰ। ਪਰ ਡੇਰੇ ਵਾਲਾ ਰਗੜਿਆ ਫਿਰ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸਿਆਸੀ ਤੌਰ ਦੇ ਉੱਤੇ ਸਿਆਸੀ ਪਾਰਟੀਆਂ ਸ਼ੁਰੂ ਤੋਂ ਤੁਸੀਂ ਦੇਖ ਲਓ ਇਸ ਦੇਸ਼ ਦੀ ਪੋਲੀਟਿਕਸ ਨੂੰ, ਰੀਜਨਲ ਪਾਰਟੀਆਂ ਨੂੰ ਦੇਖ ਲਓ, ਚਾਹੇ ਖੇਤਰੀ ਪਾਰਟੀਆਂ ਵੀ ਧਰਮ ਨੂੰ ਵਰਤਦੀਆਂ ਰਹੀਆਂ ਨੇ, ਨੈਸ਼ਨਲ ਪਾਰਟੀਆਂ ਵੀ ਧਰਮ ਨੂੰ ਵਰਤਦੀਆਂ ਰਹੀਆਂ ਨੇ। ਅੱਗ ਨਾਲ ਖੇਡਣ ਵਾਲੀ ਗੱਲ, ਅੱਗ ਨਾਲ ਖੇਡਦੀਆਂ। ਇੰਦਰਾ ਗਾਂਧੀ ਨੂੰ ਵੀ ਆਦਤ ਸੀ ਅੱਗ ਨਾਲ ਖੇਡਣ ਦੀ। ਫਿਰ ਉਹ ਜਦੋਂ ਅੱਗ ਨਾਲ ਖੇਡਣ ਦੀ ਤੁਹਾਨੂੰ ਆਦਤ ਹੁੰਦੀ ਹੈ, ਕਈ ਵਾਰ ਤੁਸੀਂ ਉਸੇ ਅੱਗ 'ਚ ਜਲ ਜਾਂਦੇ ਹੋ, ਉਸੇ 'ਚ ਹੀ ਸੜ ਜਾਂਦੇ ਹੋ। ਇਸ ਕਰਕੇ ਧਿਆਨ ਰੱਖਣਾ ਚਾਹੀਦਾ। ਇਹ ਮੈਟਾਫਰ ਤੌਰ 'ਤੇ ਕਹਿ ਰਹੇ ਹਾਂ ਅਸੀਂ ਕਿ ਇਹੀ ਜੀ ਸਿਆਸਤ ਨਾ ਕਰੋ, ਸਿਆਸਤ ਨੂੰ ਗੰਧਲਾ ਨਾ ਕਰੋ ਕਿ ਵੋਟਾਂ ਲੈਣ ਲਈ ਪਰੋਲਾਂ ਦਿਓ, ਵੋਟਾਂ ਲੈਣ ਦੇ ਲਈ ਬਰੀ ਕਰਾ ਦਿਓ, ਵੋਟਾਂ ਲੈਣ ਦੇ ਲਈ ਡੇਰੇ ਵਾਲਿਆਂ ਨਾਲ ਯਾਰੀਆਂ ਪਾ ਲਓ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਯਾਦਵਿੰਦਰ ਜੀ, ਹੁਣ ਕੀ ਲੱਗਦਾ ਵੀ 2022 ਨਜ਼ਦੀਕ ਆ, ਹੁਣ ਗੱਲ ਕਿੱਧਰ ਨੂੰ ਜਾਊਗੀ? ਦੇਖੋ, ਗੱਲ ਕਿੱਧਰ ਨੂੰ ਜਾਊਗੀ, ਗੱਲ ਤਾਂ ਇਹੀ ਹੈ ਕਿ ਬੀਜੇਪੀ ਨੇ ਫੰਦਾ ਪਾਇਆ ਹੋਇਆ ਡੇਰੇ ਵਾਲੇ ਦੇ ਗਲ 'ਚ, ਸਿਆਸੀ ਫੰਦਾ ਕਹੀਏ।
ਤੇ ਉਹ ਹੁਣ ਜਿੱਧਰ ਜਿੱਧਰ ਨੂੰ ਨਚਾਉਣਗੇ ਡੇਰੇ ਵਾਲੇ ਨੂੰ, ਉਧਰ ਉਧਰ ਨੱਚੇਗਾ ਡੇਰੇ ਵਾਲਾ। ਡੇਰੇ ਵਾਲੇ ਨੂੰ ਨਚਾਉਣਾ ਉਹਨਾਂ ਦਾ ਕੰਮ ਆ। ਸਿਆਸੀ ਪਾਰਟੀਆਂ ਹੀ ਨਚਾਉਂਦੀਆਂ ਨੇ। ਇੱਕ ਫੰਦਾ ਕਾਂਗਰਸ ਪਾਉਣ ਨੂੰ ਫਿਰਦੀ ਹੈ ਕਿ ਆਪਾਂ ਵੀ ਨਚਾਈਏ ਡੇਰੇ ਵਾਲੇ ਨੂੰ, SIT ਵਾਲਾ। ਹੁਣ ਇਸ ਕਰਕੇ ਡੇਰੇ ਵਾਲਾ ਬਹੁਤ ਸਾਰਾ ਕੁਝ ਮੈਨੇਜ ਕਰ ਰਿਹਾ, ਪਰ ਜ਼ਿਆਦਾਤਰ ਕੋਸ਼ਿਸ਼ ਇਹ ਹੋ ਰਹੀ ਹੈ BJP ਦੇ ਵੱਲੋਂ ਤੇ BJP ਦੇ, ਪਰ ਉਹ ਕਈ ਵਾਰ ਸੀਟ ਟੂ ਸੀਟ ਵੀ ਕਰਦੇ ਆ ਸਮਰਥਨ, ਬਹੁਤ ਸਾਰਾ ਕੁਛ ਆ। ਪਰ ਇਹ ਗੱਲ ਆ ਕਿ ਖੇਡਾਂ ਬੇਨਕਾਬ ਹੋਣੀਆਂ ਚਾਹੀਦੀਆਂ ਨੇ। ਪੈਰੋਲ ਨਹੀਂ ਮਿਲਣੀ ਚਾਹੀਦੀ ਇਸ ਤਰ੍ਹਾਂ ਦੇ ਕ੍ਰਿਮੀਨਲ ਬੰਦੇ ਨੂੰ। ਪੈਰੋਲ ਲੈਣਾ ਉਹਦਾ ਹੱਕ ਆ, ਪਰ ਬਾਹਰ ਆ ਕੇ ਭਾਈ ਜੇ ਉਹਨੇ ਕਹਿਤਾ ਮੈਂ ਨਹੀਂ ਆਉਂਦਾ ਫਿਰ ਕੀ ਕਰੋਗੇ? ਜੇ ਡੇਰੇ ਵਾਲਾ ਜਿਵੇਂ ਪਹਿਲਾਂ ਸੀ, ਜੇ ਕਹਦੇ ਮੈਂ ਨਹੀਂ ਆਉਂਦਾ, ਕਿ ਫਿਰ ਤੁਸੀਂ ਇੱਥੇ ਜੰਗ ਕਰਵਾਓਗੇ, ਕਿ ਉੱਥੇ ਤੁਸੀਂ ਗੋਲੀਆਂ ਚਲਵਾਓਗੇ? ਜੇ ਡੇਰੇ ਵਾਲਾ ਬਾਹਰ ਆ ਕੇ ਕਹਿ ਦੇ ਮੈਂ ਵਾਪਸ ਨਹੀਂ ਆਉਂਦਾ, ਕੀ ਕਰੋਗੇ ਫਿਰ? ਇਸ ਕਰਕੇ ਇਹ ਚੀਜ਼ ਦੇ ਉੱਤੇ ਲਗਾਮ ਕੱਸਣ ਦੀ ਲੋੜ ਆ। ਜਿਹੜਾ ਇੰਨਾ ਹਾਰਡਕੋਰ ਕ੍ਰਿਮੀਨਲ ਜਾਂ ਜਿਹੜਾ ਐਡਾ ਵੱਡਾ ਆਭਾ ਮੰਡਲ ਹੈ, ਉਹਦੇ ਤੋਂ ਬਚਣ ਦੀ ਲੋੜ ਆ। ਇੰਡੀਅਨ ਸਿਸਟਮ ਨੂੰ, ਇੰਡੀਅਨ ਜੁਡੀਸ਼ਰੀ ਨੂੰ, ਸਾਡੀ ਜੁਡੀਸ਼ਰੀ ਨੂੰ ਇਹ ਚਾਹੀਦਾ ਗਾ। ਸਿਆਸੀ ਜਮਾਤਾਂ ਜੋ ਕਰਦੀ ਆ ਸਭ ਨੂੰ ਪਤਾ, ਇਹ ਜੁਡੀਸ਼ਰੀ ਦਾ ਕੰਮ ਆ ਕਿ ਇਸ ਤਰ੍ਹਾਂ ਦੀ ਪੈਰੋਲ ਜੇ ਹੋਏਗੀ, ਫਿਰ ਕੱਲ੍ਹ ਨੂੰ ਜੇ ਵਾਪਸ ਨਹੀਂ ਆਏਗਾ ਤਾਂ ਜ਼ਿੰਮੇਵਾਰ ਕੌਣ ਹੋਏਗਾ? ਇਸ ਕਰਕੇ ਚੀਜ਼ਾਂ ਨੂੰ ਧਿਆਨ ਨਾਲ ਬਚਣ ਦੀ ਲੋੜ ਆ। ਤਾਂ ਬਹੁਤ ਬਹੁਤ ਧੰਨਵਾਦ ਯਾਦਵਿੰਦਰ ਜੀ। ਤਾਂ ਸਾਡੇ ਖਾਸ ਪ੍ਰੋਗਰਾਮ ਡੀਕੋਡ ਦੇ ਵਿੱਚ ਤੁਸੀਂ ਰਾਜਨੀਤੀ ਡੀਕੋਡ ਦੇ ਵਿੱਚ ਅੱਜ ਦੇਖਿਆ ਹੈ ਕਿਸ ਤਰੀਕੇ ਦੇ ਨਾਲ ਹੁਣ ਡੇਰਾ ਸਿਰਸਾ ਮੁਖੀ ਨੂੰ ਬਾਹਰ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਕੀ BJP ਪੰਜਾਬ ਦੇ ਵਿੱਚ ਡੇਰੇ ਦਾ ਵੋਟ ਬੈਂਕ ਵਰਤਣਾ ਚਾਹੁੰਦੀ ਹੈ? ਕੀ ਡੇਰਾ ਸਿਰਸਾ ਮੁਖੀ ਹੁਣ ਬਾਹਰ ਆਊਗਾ ਜਾਂ ਨਹੀਂ ਆਊਗਾ? ਇਸ ਦੇ ਉੱਤੇ ਸਵਾਲ ਚਿੰਨ੍ਹ ਖੜੇ ਹੋ ਜਾਂਦੇ ਆ।